ਡੇਂਗੂ ਹੋ ਸਕਦਾ ਹੈ ਪਲੇਟਲੈਟ ਸੈੱਲਾਂ ਦੇ ਘਟਣ ਦਾ ਇੱਕ ਕਾਰਨ। ਕਾਫੀ ਸਾਲਾਂ ਤੋਂ ਸਤੰਬਰ, ਅਕਤੂਬਰ ਤੇ ਨਵੰਬਰ ਦੇ ਮਹੀਨਿਆਂ ਵਿੱਚ ਡੇਂਗੂ ਬੁਖਾਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਬੁਖਾਰ ਦੇ ਨਾਲ ਸਰੀਰ ਦੇ ਕਈ ਹਿੱਸਿਆਂ ਵਿੱਚੋਂ ਖੂਨ ਵਗਣਾ ਵੀ ਸ਼ੁਰੂ ਹੋ ਜਾਂਦਾ ਹੈ। ਇਸ ਦਾ ਕਾਰਨ ਖੂਨ ਵਿਚਲੇ ਪਲੇਟਲੈਟ ਸੈੱਲਾਂ ਦੀ ਗਿਣਤੀ ਘਟਣਾ ਹੁੰਦਾ ਹੈ। ਇਹਨਾਂ ਨੂੰ ਪਲੇਟਲੈਟ ਸੈੱਲ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਇਹਨਾਂ ਨੂੰ ਮਾਈਕਰੋਸਕੋਪ ਵਿੱਚ ਵੇਖਿਆ ਜਾਂਦਾ ਹੈ ਤਾਂ ਇਹ ਨਿੱਕੀਆਂ ਪਲੇਟਾਂ ਵਰਗੇ ਲੱਗਦੇ ਹਨ। ਖੂਨ ਵਿਚਲੇ ਲਾਲ ਰੈੱਡ ਬਲੱਡ ਸੈੱਲ ਅਤੇ ਚਿੱਟੇ ਵਾਈਟ ਬਲੱਡ ਸੈੱਲ, ਇਹਨਾਂ ਸੈੱਲਾਂ ਤੋਂ ਇਲਾਵਾ ਇੱਕ ਤੀਜੀ ਕਿਸਮ ਦੇ ਸੈੱਲਾਂ ਨੂੰ ਪਲੇਟਲੈਟਸ ਜਾਂ ਥ੍ਰੋਮਬੋਸਾਈਟਸ ਕਹਿੰਦੇ ਹਨ, ਜੋ ਖੂਨ ਦੇ ਜਮਾਓ ਵਿੱਚ ਸਹਾਈ ਹੁੰਦੇ ਨੇ। ਲਾਲ ਤੇ ਚਿੱਟੇ ਸੈੱਲਾਂ ਵਾਂਗ ਪਲੇਟਲੈਟਸ ਵੀ ਹੱਡੀਆਂ ਦੀ ਮਿੱਝ ਜਾਂ ਬੋਨ ਮੈਰੋ ਵਿੱਚ ਹੀ ਬਣਦੇ ਹਨ। ਇਹਨਾਂ ਸੈੱਲਾਂ ਕਰਕੇ ਹੀ ਸਧਾਰਨ ਹਾਲਤ, ਮਾੜੀ ਮੋਟੀ ਸੱਟ ਜਾਂ ਆਪਰੇਸ਼ਨ ਤੋਂ ਬਾਅਦ ਖੂਨ ਜੰਮ ਜਾਂਦਾ ਹੈ ਅਤੇ ਵਗਣੋਂ ਰੁਕ ਜਾਂਦਾ ਹੈ। ਸਧਾਰਨ ਖੂਨ ਵਿੱਚ ਇਹਨਾਂ ਸੈੱਲਾਂ ਦੀ ਗਿਣਤੀ 1.5 ਲੱਖ ਤੋਂ 4 ਲੱਖ ਪ੍ਰਤੀ ਕਿਊਬਿਕ ਮਿਲੀਮੀਟਰ ਤੱਕ ਹੁੰਦੀ ਹੈ। ਇਹ ਗਿਣਤੀ ਘਟਣ ਦੇ ਕਈ ਕਾਰਨ ਹਨ ਤੇ ਡੇਂਗੂ ਬੁਖਾਰ ਉਹਨਾਂ 'ਚੋਂ ਇੱਕ ਹੈ। ਇਹਨਾਂ ਦੀ ਗਿਣਤੀ ਕਰਨ ਵਾਸਤੇ ਇਲੈਕਟ੍ਰੋਨਿਕ ਕੰਪਿਊਟਰ ਉਪਲਬਧ ਹਨ। ਜਦੋਂ ਇਹ ਗਿਣਤੀ ਘਟ ਕੇ 50,000 ਜਾਂ ਇਸ ਤੋਂ ਵੀ ਥੋੜ੍ਹੀ ਰਹਿ ਜਾਵੇ ਤਾਂ ਕਿਸੇ ਬਾਹਰੀ ਸੱਟ ਦੇ ਬਗੈਰ ਵੀ ਖੂਨ ਵਗਣਾ ਸ਼ੁਰੂ ਹੋ ਸਕਦਾ ਹੈ, ਜਿਵੇਂ ਨਕਸੀਰ ਫੁੱਟਣਾ, ਮਸੂੜਿਆਂ ਵਿੱਚੋਂ ਲਹੂ ਨਿਕਲਣਾ, ਪਿਸ਼ਾਬ ਜਾਂ ਟੱਟੀ ਰਸਤੇ, ਲਹੂ ਦੀ ਉਲਟੀ ਅਤੇ ਚਮੜੀ ਹੇਠਾਂ ਖੂਨ ਜਮ੍ਹਾਂ ਹੋ ਜਾਣਾ ਆਦਿ। ਕਈ ਵਾਰ ਤਾਂ ਇਹਨਾਂ ਸੈੱਲਾਂ ਦੀ ਗਿਣਤੀ ਸਿਰਫ 6,000 ਜਾਂ 10,000 ਹੀ ਰਹਿ ਜਾਂਦੀ ਹੈ। ਅਜਿਹੀ ਹਾਲਤ ਵਿੱਚ ਰੋਗੀ ਬਹੁਤ ਖਤਰਨਾਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ। ਪਲੇਟਲੈਟ ਸੈੱਲਾਂ ਦੀ ਗਿਣਤੀ ਘਟਣ ਨੂੰ ਥ੍ਰੋਮਬੋਸਾਈਟੋਪੀਨੀਆ ਕਿਹਾ ਜਾਂਦਾ ਹੈ, ਜਿਸ ਦੇ ਪ੍ਰਮੁੱਖ ਕਾਰਨ ਹਨ ਇਹਨਾਂ ਦੀ ਪੈਦਾਵਾਰ ਦਾ ਘਟਣਾ। ਇਹ ਸੈੱਲ ਬੋਨ ਮੈਰੋ ਵਿੱਚ ਬਣਦੇ ਹਨ, ਇਸ ਲਈ ਬੋਨ ਮੈਰੋ ਦੇ ਨੁਕਸਾਂ ਨਾਲ ਇਹਨਾਂ ਦੀ ਪੈਦਾਵਾਰ 'ਤੇ ਬੁਰਾ ਅਸਰ ਪੈਂਦਾ ਹੈ। ਬੋਨ ਮੈਰੋ ਕੀ ਹੁੰਦਾ ਹੈ? ਹੱਡੀ ਦੇ ਵਿੱਚ ਮਿੱਝ ਵਰਗੇ ਪਦਾਰਥ, ਜਿਹੜਾ ਕਿ ਬਹੁਤ ਸੌਫਟ ਹੁੰਦਾ ਹੈ, ਉਸ ਨੂੰ ਬੋਨ ਮੈਰੋ ਕਹਿੰਦੇ ਨੇ। ਬੋਨ ਮੈਰੋ ਜਿਹੜੇ ਹੈਗੇ ਨੇ ਸੈੱਲਾਂ ਨੂੰ ਬਣਾਉਂਦੇ ਹਨ। ਖੂਨ ਦੇ ਕੈਂਸਰ, ਐਕਿਊਟ ਮਾਈਲਾਈਡ ਲਿੰਫਾਇਡ ਲੀਕੀਮੀਆ ਜਾਂ ਲਿਫੋਮਾ ਵਿੱਚ ਸਧਾਰਨ ਸੈੱਲ ਪੈਦਾ ਕਰਨ ਵਾਲੀ ਮਿੱਝ ਜਾਂ ਮੈਰੋ ਕੈਂਸਰ ਵਾਲੇ ਅਸਧਾਰਨ ਸੈੱਲਾਂ ਨਾਲ ਹੀ ਢਕੀ ਰਹਿੰਦੀ ਹੈ। ਇਸ ਲਈ ਸਧਾਰਨ ਸੈੱਲ ਪਲੇਟਲੈਟ ਬਣਨ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ, ਸੋ ਇਹਨਾਂ ਦੀ ਗਿਣਤੀ ਬਹੁਤ ਘਟ ਜਾਂਦੀ ਹੈ। ਇਸੇ ਕਰਕੇ ਅਕਿਊਟ ਲਿਊਕੀਮੀਆ ਦੇ ਮਰੀਜ਼ ਮਸੂੜਿਆਂ 'ਚੋਂ ਖੂਨ ਦੀ ਸ਼ਿਕਾਇਤ ਲੈ ਕੇ ਆਉਂਦੇ ਹਨ। ਕਈ ਦਵਾਈਆਂ ਤੇ ਰੇਡੀਏਸ਼ਨਸ ਸਿੱਧਾ ਅਸਰ ਕਰਕੇ ਬੋਨ ਮੈਰੋ ਨੂੰ ਡਿਪਰੈਸ ਕਰ ਦਿੰਦੀਆਂ ਹਨ ਤੇ ਸੈੱਲ ਬਣਾਉਣ ਦੀ ਅਸਮਰੱਥ ਕਰ ਦਿੰਦੀਆਂ ਹਨ। ਇਹਨਾਂ ਦਵਾਈਆਂ ਦੀ ਸੂਚੀ ਵਿੱਚ ਕੁਝ ਦਵਾਈਆਂ ਇਹ ਹਨ: ਮਲੇਰੀਆ ਲਈ ਕੋਕੀਨ ਤੇ ਕੈਂਸਰ ਦੇ ਇਲਾਜ ਕੀਮੋਥੈਰਾਪੀ ਤੇ ਰੇਡੀਏਸ਼ਨ, ਐਂਟੀਬਾਇਓਟਿਕ, ਕਲੋਰੋਮਾਈਸਟਿਨ, ਸਰੀਰ ਦੀਆਂ ਦਰਦਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਕਿ ਅਬੇਜੈਸਿਕ, ਫਿਨਾਈਲਬੂਟਾਜੋਨ ਆਦਿ, ਦਿਲ ਰੋਗ ਦੀਆਂ ਦਵਾਈਆਂ ਡਿਜੋਕੋਸਿਨ ਆਦਿ ਅਤੇ ਮਨੋਰੋਗੀਆਂ ਦੀਆਂ ਦਵਾਈਆਂ ਆਦਿ ਹਨ। ਇਸੇ ਕਰਕੇ ਵਾਰ-ਵਾਰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਆਪ ਕੋਈ ਦਵਾਈ ਸੈਲਫ ਮੈਡੀਕੇਸ਼ਨ ਨਾ ਲਵੋ। ਆਪਣੇ ਆਪ ਦਵਾਈ ਕੋਈ ਨਹੀਂ ਲੈਣੀ ਚਾਹੀਦੀ। ਦੂਸਰਾ ਪ੍ਰਮੁੱਖ ਕਾਰਨ ਵਾਇਰਸ। ਡੇਂਗੂ ਦਾ ਵਾਇਰਸ ਹੈਪੇਟਾਈਟਿਸ, ਰੂਬੈਲਾ, ਵੈਰੀਸੈਲਾ, ਚਿਕਨਪੌਕਸ ਅਤੇ HIV ਏਡਜ਼ ਵਾਇਰਸ ਆਦਿ ਬੋਨ ਮੈਰੋ ਨੂੰ ਬੇਅਸਰ ਕਰ ਦਿੰਦੇ ਹਨ ਤੇ ਪਲੇਟਲੈਟਸ ਦੀ ਪੈਦਾਵਾਰ ਘਟ ਜਾਂਦੀ ਹੈ। ਐਪਲਾਸਟਿਕ ਅਨੀਮੀਆ ਵਿੱਚ ਬੋਨ ਮੈਰੋ ਨੁਕਸਾਨੀ ਜਾਣ ਕਰਕੇ ਪਲੇਟਲੈਟਸ ਸਮੇਤ ਸਾਰੇ ਹੀ ਸੈੱਲਾਂ ਦੀ ਪੈਦਾਵਾਰ ਘਟ ਜਾਂਦੀ ਹੈ, ਜੋ ਕਈ ਵਾਰ ਘਾਤਕ ਸਿੱਧ ਹੁੰਦੀ ਹੈ। ਵਿਟਾਮਿਨਸ ਦੀ ਕਮੀ ਤੀਜਾ ਪ੍ਰਮੁੱਖ ਕਾਰਨ। ਵਿਟਾਮਿਨ B12,
ਅਤੇ ਫੋਲਿਕ ਐਸਿਡ ਦੀ ਕਮੀ ਕਰਕੇ ਉਤਪੰਨ ਹੋਣ ਵਾਲੇ ਮੈਗਾਲੋ ਬਲਾਸਟਿਕ ਅਨੀਮੀਆ ਵਿੱਚ ਪਲੇਟਲੈਟਸ ਵੀ ਘੱਟ ਜਾਂਦੇ ਹਨ। ਅਜਿਹੇ ਕੇਸਾਂ ਵਿੱਚ ਇਹ ਵਿਟਾਮਿਨ ਦੇਣ ਨਾਲ ਹਾਲਤ ਸੁਧਰ ਜਾਂਦੀ ਹੈ ਅਤੇ ਬਿਲਕੁਲ ਠੀਕ ਹੋ ਜਾਂਦੀ ਹੈ। ਪਲੇਟਲੈਟ ਸੈੱਲਾਂ ਦਾ ਟੁੱਟਣਾ ਜਾਂ ਨੁਕਸਾਨੇ ਜਾਣਾ, ਇਹਦੇ ਕੀ ਕਾਰਨ ਨੇ? ITP ਇਡੀਓਪੈਥਿਕ ਥ੍ਰੋਮਬੋਸਾਈਟੋਪੀਨੀਆ ਇਹਨੂੰ ਕਿਹਾ ਜਾਂਦਾ। ITP ਇਹ ਸਮੱਸਿਆ ਮਰਦਾਂ, ਔਰਤਾਂ ਅਤੇ ਵੱਡਿਆਂ ਛੋਟਿਆਂ ਵਿੱਚ ਹੋ ਸਕਦੀ ਹੈ, ਪਰ ਔਰਤਾਂ ਵਿੱਚ ਕੁਝ ਵਧੇਰੇ ਹੁੰਦੀ ਹੈ। ਇਹ ਇੱਕਦਮ ਸ਼ੁਰੂ ਹੁੰਦੀ ਹੈ ਅਤੇ ਖਤਰਨਾਕ ਹੋ ਸਕਦੀ ਹੈ, ਜਾਂ ਫਿਰ ਹੌਲੀ ਹੌਲੀ ਸ਼ੁਰੂ ਹੋ ਕੇ ਲੰਬਾ ਸਮਾਂ ਚੱਲਦੀ ਹੈ। ਇਸ ਨੂੰ ਪ੍ਰਾਇਮਰੀ ਥ੍ਰੋਮਬੋਸਾਈਟੋਪੀਨੀਆ ਵੀ ਕਿਹਾ ਜਾਂਦਾ ਹੈ। ਇਸ ਰੋਗ ਦਾ ਆਧਾਰ ਇਮਿਊਨ ਸਿਸਟਮ ਦਾ ਆਪਣੇ ਪਰਾਏ ਦੀ ਪਛਾਣ ਭੁੱਲਣਾ ਹੈ। ਇਹ ਪ੍ਰਣਾਲੀ ਬਣੀ ਤਾਂ ਸਰੀਰ ਦੀ ਸੁਰੱਖਿਆ ਵਾਸਤੇ ਹੈ, ਪਰ ਕਈ ਸਥਿਤੀਆਂ ਵਿੱਚ ਇਹ ਪ੍ਰਣਾਲੀ ਆਪਣੇ ਬੇਗਾਨੇ ਦੀ ਪਛਾਣ ਭੁੱਲ ਕੇ ਆਪਣਿਆਂ ਸੈੱਲਾਂ ਨੂੰ ਹੀ ਨਸ਼ਟ ਕਰਨ ਲੱਗਦੀ ਹੈ। ਸੋ ਪਲੇਟਲੈਟਸ ਘੱਟ ਜਾਂਦੇ ਹਨ ਅਤੇ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਬਿਮਾਰੀਆਂ ਨੂੰ ਆਟੋ ਇਮਿਊਨ ਬਿਮਾਰੀਆਂ ਕਿਹਾ ਜਾਂਦਾ ਹੈ। ਇਹਨਾਂ ਬਿਮਾਰੀਆਂ ਵਿੱਚੋਂ ਕੁਝ ਆਟੋ ਇਮਿਊਨ ਬਿਮਾਰੀਆਂ ਹੀ ਹਨ: ਰਿਓਮੈਟਾਇਡ ਆਰਥਰਾਈਟਿਸ, ਸਿਸਟਮੈਟਿਕ ਲਿਊਪਸ ਇਰੀਥੈਮੈਟੋਸਿਸ ਅਤੇ ITP ਆਦਿ। ਤਿੱਲੇ ਸਪਲੀਨ ਵਿੱਚ ਸੈੱਲਾਂ ਦਾ ਜਮ੍ਹਾਂ ਹੋਣਾ। ਸਪਲੈਨਿਕ ਸਕੁਐਸਟ੍ਰੇਸ਼ਨ ਵੀ ਪਲੇਟਲੈਟਸ ਦੀ ਗਿਣਤੀ ਘਟਾਉਂਦਾ ਹੈ। ਜਿਗਰ ਰੋਗ ਸੋਰਾਇਸਿਸ ਕਰਕੇ ਜਦੋਂ ਤਿੱਲੇ ਵਿੱਚ ਕਾਫੀ ਖੂਨ ਜਮ੍ਹਾਂ ਰਹਿੰਦਾ ਹੈ ਤਾਂ ਉਸ ਦੇ ਨਾਲ ਕਾਫੀ ਸੈੱਲ ਉੱਥੇ ਡੱਕੇ ਰਹਿੰਦੇ ਹਨ, ਉੱਥੇ ਹੀ ਰੁਕ ਜਾਂਦੇ ਹਨ ਅਤੇ ਬਾਕੀ ਖੂਨ ਵਿੱਚ ਇਹਨਾਂ ਦੀ ਘਾਟ ਹੋ ਜਾਂਦੀ ਹੈ। ਡੇਂਗੂ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਉਂਝ ਬੱਚਿਆਂ ਦੇ ਮੁਕਾਬਲੇ ਵੱਡਿਆਂ ਵਿੱਚ ਇਹ ਵਧੇਰੇ ਖਤਰਨਾਕ ਹੁੰਦਾ ਹੈ। ਬੁਖਾਰ ਭਾਵੇਂ ਕਿਸੇ ਵੀ ਕਿਸਮ ਦਾ ਹੋਵੇ, ਨੀਮ ਹਕੀਮਾਂ ਕੋਲੋਂ ਇਲਾਜ ਨਹੀਂ ਕਰਵਾਉਣਾ ਚਾਹੀਦਾ, ਕਿਉਂਕਿ ਉਹ ਬਿਨਾਂ ਕਿਸੇ ਇਨਵੈਸਟੀਗੇਸ਼ਨ ਦੇ ਕਈ ਤਰ੍ਹਾਂ ਦੇ ਐਂਟੀਬਾਇਓਟਿਕਸ ਅਤੇ ਹੋਰ ਦਵਾਈਆਂ ਦੇ ਦਿੰਦੇ ਹਨ। ਕਈ ਐਂਟੀਬਾਇਓਟਿਕਸ ਵੀ ਪਲੇਟਲੈਟਸ ਦੀ ਗਿਣਤੀ ਘਟਾਉਂਦੇ ਹਨ। ਡੇਂਗੂ ਬੁਖਾਰ ਤਾਂ ਪਹਿਲਾਂ ਹੀ ਪਲੇਟਲੈਟਸ ਨੂੰ ਘਟਾਉਂਦਾ ਹੈ। ਜੇਕਰ ਦਵਾਈਆਂ ਵੀ ਅਜਿਹੀਆਂ ਲੈ ਲਈਆਂ ਜਾਣ ਤਾਂ ਰੋਗੀ ਲਈ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਲਈ ਬਿਨਾਂ ਇਨਵੈਸਟੀਗੇਸ਼ਨਸ ਦੇ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ। ਖੂਨੀ ਡੇਂਗੂ ਵਾਲੇ ਰੋਗੀ ਨੂੰ ਫੌਰਨ ਐਮਰਜੈਂਸੀ ਵਿੱਚ ਹਸਪਤਾਲ ਦਾਖਲ ਕਰਵਾਉਣਾ ਚਾਹੀਦਾ ਹੈ ਅਤੇ ਸਰੀਰ 'ਚੋਂ ਨਿਕਲ ਰਹੇ ਖੂਨ ਨੂੰ ਪੂਰਾ ਕਰਨ ਲਈ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦਾ ਤਾਜ਼ਾ ਖੂਨ ਦੇਣਾ ਚਾਹੀਦਾ ਹੈ। ਤਾਜ਼ੇ ਖੂਨ ਨਾਲ ਪਲੇਟਲੈਟਸ ਅਤੇ ਖੂਨ ਦੋਵਾਂ ਦੀ ਕਮੀ ਪੂਰੀ ਹੋ ਜਾਂਦੀ ਹੈ। ਕਈ ਰੋਗੀਆਂ ਨੂੰ ਤਾਂ ਕਈ ਯੂਨਿਟ ਖੂਨ ਦੇ ਚੜ੍ਹਾਉਣੇ ਪੈਂਦੇ ਹਨ। ਆਧੁਨਿਕ ਦੌਰ ਵਿੱਚ ਕਈ ਖੂਨ ਬੈਂਕਾਂ ਵਿੱਚ ਸੈੱਲ ਸਪਰੇਟਰ ਮਸ਼ੀਨਾਂ ਉਪਲਬਧ ਹਨ, ਜਿਨ੍ਹਾਂ ਨਾਲ ਬਾਕੀ ਖੂਨ 'ਚੋਂ ਸਿਰਫ ਪਲੇਟਲੈਟਸ ਵੱਖ ਕਰਕੇ ਰੋਗੀ ਨੂੰ ਦਿੱਤੇ ਜਾਂਦੇ ਹਨ। ਇਸ ਵਾਸਤੇ ਤਾਜ਼ਾ ਖੂਨ ਦੀ ਲੋੜ ਹੁੰਦੀ ਹੈ। ਰਜਿੰਦਰਾ ਹਸਪਤਾਲ ਪਟਿਆਲਾ ਦੇ ਖੂਨ ਬੈਂਕ ਵਿੱਚ ਇਹ ਸੈੱਲ ਸਪਰੇਟਰ ਦੀ ਸੁਵਿਧਾ ਉਪਲਬਧ ਹੈ। ਇਸ ਬੁਖਾਰ ਦਾ ਪਤਾ ਲਗਾਉਣ ਡਾਇਗਨੋਸਿਸ ਵਾਸਤੇ ਜੋ ਟੈਸਟ ਉਪਲਬਧ ਹੈ, ਉਹ ਬੁਖਾਰ ਸ਼ੁਰੂ ਹੋਣ ਤੋਂ 4 ਤੋਂ 5 ਦਿਨਾਂ ਬਾਅਦ ਪਾਜ਼ੀਟਿਵ ਆਉਂਦਾ ਹੈ। NS1 ਟੈਸਟ 2006 ਵਿੱਚ ਆਇਆ ਸੀ। ਇਹ ਟੈਸਟ ਖੂਨ ਦੇ ਸੈਂਪਲ ਤੋਂ ਕੀਤਾ ਜਾਂਦਾ ਹੈ। ਪਲੇਟਲੈਟਸ ਸੈੱਲਾਂ ਦੀ ਕਮੀ ਵਾਲੇ ਵਿਅਕਤੀ ਵਾਸਤੇ ਬੈਰੀ, ਸੰਤਰਾ, ਟਮਾਟਰ, ਅਖਰੋਟ, ਅੰਗੂਰ ਅਤੇ ਕਾਜੂ ਆਦਿ ਫਲ ਅਤੇ ਪੱਤਿਆਂ ਵਾਲੀਆਂ ਹਰੀਆਂ ਸਬਜ਼ੀਆਂ, ਪਪੀਤਾ ਅਤੇ ਮੱਛੀ ਜਾਂ ਮੱਛੀ ਦਾ ਤੇਲ ਲਾਹੇਵੰਦ ਹਨ। ਡੱਬਾਬੰਦ ਖਾਣੇ, ਜੰਕ ਫੂਡ ਅਤੇ ਤਲੇ ਹੋਏ ਭੋਜਨ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹੁਣ ਆਪਾਂ ਜਾਣਦੇ ਕਿ ਡੇਂਗੂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਡੇਂਗੂ ਪੈਦਾ ਕਰਨ ਵਾਲਾ ਮੱਛਰ ਸਾਫ਼ ਪਾਣੀ 'ਤੇ ਵੱਧਦਾ ਫੁੱਲਦਾ ਹੈ। ਇਸ ਲਈ ਘਰ ਦੇ ਆਲੇ ਦੁਆਲੇ ਦੀ ਸਾਫ਼ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ। ਇਹ ਮਲੇਰੀਏ ਵਾਲੇ ਮੱਛਰ ਨਾਲੋਂ ਕੁਝ ਵੱਡੇ ਆਕਾਰ ਦਾ ਹੁੰਦਾ ਹੈ ਅਤੇ ਜਿੱਥੇ ਇਹ ਮੱਛਰ ਲੜਦਾ ਹੈ ਉੱਥੇ ਖਾਰਸ਼ ਜਾਂ ਸਾੜ ਜਿਹਾ ਪੈਦਾ ਹੁੰਦਾ ਹੈ। ਡੇਂਗੂ ਦੇ ਮੱਛਰ ਤੋਂ ਬਚਾਅ ਵਾਸਤੇ ਘਰਾਂ ਵਿੱਚ ਕੂਲਰਾਂ ਅਤੇ ਗਮਲਿਆਂ ਵਿੱਚ ਖੜ੍ਹਾ ਪਾਣੀ ਕੱਢ ਦੇਣਾ ਚਾਹੀਦਾ ਹੈ। ਛੱਤ ਉੱਤੇ ਪਏ ਪੁਰਾਣੇ ਟਾਇਰ, ਮਿੱਟੀ ਦੇ ਭਾਂਡੇ
ਪੁਰਾਣੀ ਚੀਨੀ ਦੇ ਬਰਤਨ ਆਦਿ ਵਿੱਚ ਖੜ੍ਹੇ ਪਾਣੀ 'ਤੇ ਵੀ ਇਹ ਮੱਛਰ ਪਲਦਾ ਹੈ। ਇਸ ਲਈ ਅਜਿਹੀਆਂ ਸਭ ਵਸਤਾਂ ਨੂੰ ਸੰਭਾਲ ਲੈਣਾ ਚਾਹੀਦਾ ਹੈ। ਸਵੇਰ ਅਤੇ ਸ਼ਾਮ ਨੂੰ ਸੈਰ ਕਰਨ ਜਾਂ ਬਾਹਰ ਕੰਮ ਕਰਨ ਵਾਲੇ ਬਾਹਾਂ ਅਤੇ ਲੱਤਾਂ ਪੂਰੀਆਂ ਢੱਕੀਆਂ ਹੋਣ ਤਾਂ ਇਹ ਮੱਛਰ ਲੜ ਹੀ ਨਹੀਂ ਸਕੇਗਾ। ਇਸ ਦੀ ਪਛਾਣ ਇਹ ਹੈ ਕਿ ਇਹ ਕਾਲੇ ਰੰਗ ਦਾ ਹੁੰਦਾ ਹੈ ਅਤੇ ਇਹਦੇ ਉੱਤੇ ਚਿੱਟੇ ਚਿੱਟੇ ਨਿਸ਼ਾਨ ਹੁੰਦੇ ਹਨ। ਡੇਂਗੂ ਦੇ ਮੱਛਰ ਤੋਂ ਬਚਾਅ ਲਈ ਕੁਝ ਉਪਾਅ ਇਹ ਵੀ ਹਨ ਕਿ ਸਾਨੂੰ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ। ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਘਰਾਂ ਨੂੰ ਜਾਲੀਆਂ ਵਾਲੇ ਦਰਵਾਜ਼ੇ ਬਾਰੀਆਂ ਲਗਵਾਉਣੇ ਚਾਹੀਦੇ ਹਨ। ਮੱਛਰਦਾਨੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਮੱਛਰਾਂ ਨੂੰ ਭਜਾਉਣ ਵਾਲੀਆਂ ਅਗਰਬੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮੱਛਰਾਂ ਨੂੰ ਭਜਾਉਣ ਵਾਲੀਆਂ ਖਾਸ ਤੇਲ ਜਾਂ ਕਰੀਮਾਂ ਵਰਤਣੀਆਂ ਚਾਹੀਦੀਆਂ ਹਨ। ਮੱਛਰ ਮਾਰਨ ਲਈ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਉਣਾ ਚਾਹੀਦਾ ਹੈ। ਧੰਨਵਾਦ ਜੀ।